ਅਸੀਂ ਪੜੇ ਤਲਵਾਰਾਂ ਦੀ ਛਾਂ ਥੱਲੇ, ਡਰ ਮੌਤ ਕੋਲੋਂ ਸਾਨੂੰ ਲੱਗਦਾ ਨਹੀਂ। ਸਾਡੇ ਸਾਹਮਣੇ ਦੁਸ਼ਮਣਾ ਕੀ ਖੜਨਾ, ਸੱਪ ਸਾਹਮਣੇ ਦੀਵਾ ਜੋ ਜਗਦਾ ਨਹੀਂ। ਚਲੋ ਸਈਓ ਰਲ ਵੇਖਣ ਚੱਲੀਏ, ਆਸ਼ਕ ਸੂਲੀ ਚੜ੍ਹਦੇ ਕਰਨ ਮਜ਼ਾਕਾਂ, ਮਰਨੋਂ ਮੂਲ ਨਾ ਡਰਦੇ, ਮਰਨੋਂ ਮੂਲ ਨਾ ਡਰਦੇ। ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ, ਚੋਜ ਕਿਸ ਤਰ੍ਹਾਂ ਕਰਾਂ ਬਿਆਨ ਤੇਰੇ, ਮੇਰੀ ਕਲਮ ਨਮਾਣੀ ਨੇ ਕੀ ਲਿਖਣੇ, ਪਰ ਅਪਕਾਰ ਨੇ ਬੜੇ ਮਹਾਨ ਤੇਰੇ, ਲੇਖੇ ਧਰਮ ਦੇ ਸਾਰਾ ਪਰਿਵਾਰ ਲਾਇਆ, ਜਗ ਜਾਵੇ ਬਲਵੰਤ ਕੁਰਬਾਨ ਤੇਰੇ, ਜਾਗਤੀਕ ਜਮੀ ਅਸਮਾਨ ਰਹਿਣਾ, ਤੇ ਉੱਚੇ ਝੂਲਦੇ ਰਹਿਣੇ ਨਿਸ਼ਾਨ ਤੇਰੇ, ਤੇ ਉੱਚੇ ਝੂਲਦੇ ਰਹਿਣੇ ਨਿਸ਼ਾਨ ਤੇਰੇ। ਦਸਵੇਂ ਗੁਰ ਦੇ ਸਿੰਘ ਨਾ ਕਦੇ ਸੈਣ ਗੁਲਾਮੀ, ਪੈਦਾ ਹੁੰਦੇ ਰਹੇ ਨੇ ਸਿੰਘ ਸ਼ੇਰ ਇਨਾਮੀ। ਜਿੰਨਾ ਮਰਦਾਂ ਸਾਹਮਣੇ ਝੁਕੀਆਂ ਸਰਕਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਦਸਵੇਂ ਗੁਰ ਦੇ ਸਿੰਘ ਨਾ ਕਦੇ ਸੈਣ ਗੁਲਾਮੀ, ਪੈਦਾ ਹੁੰਦੇ ਰਹੇ ਨੇ ਸਿੰਘ ਸ਼ੇਰ ਇਨਾਮੀ। ਜਿੰਨਾ ਮਰਦਾਂ ਸਾਹਮਣੇ ਝੁਕੀਆਂ ਸਰਕਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਜੰਮਦੇ ਰਹਿਣੇ ਸਦਾ ਹੀ ਨਲੋਏ ਦੇ ਸੂਰੇ, ਪੱਕੇ ਜੋ ਇਖਲਾਕ ਦੇ ਕਰਨੀ ਦੇ ਪੂਰੇ। ਲੋਹਾ ਮੰਨਿਆ ਜਿਸ ਦਾ ਕਾਬਲ ਕਧਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਮਹਾਰਾਜਾ ਰਣਜੀਤ ਤੇ ਫੂਲਾ ਸਿੰਘ ਅਕਾਲੀ, ਧੰਗ ਜਿਨ੍ਹਾਂ ਦੀ ਕਾਇਮ ਹੈ ਜਾਗੇ ਉੱਤੇ ਹਾਲੀ। ਵੈਰੀ ਡਰਦੇ ਭੱਜਦੇ ਜਿਉਂ ਮਿਰਗੀ ਡਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਊਧਮ ਸਿੰਘ ਸਨਾਮ ਦਾ ਲੰਡਨ ਜੱਗ ਜਿਆ, ਊਧਮ ਸਿੰਘ ਸਨਾਮ ਦਾ ਲੰਡਨ ਜੱਗ ਜਿਆ, ਜਿਸ ਨੂੰ ਪੱਗ ਕੇ ਗੋਰੀਆਂ ਦਾ ਲਾਣਾ ਭੱਜਿਆ। ਫੜ ਕੇ ਲੰਡਨ ਸ਼ਹਿਰ ਦੇ ਪਾਈਆਂ ਵੰਗਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਕਦੇ ਨਾ ਭੁੱਲਣਾ ਕੌਮ ਨੂੰ ਕਰਤਾਰ ਸਰਾਬਾ, ਜਿਸ ਗੋਰੀ ਸਰਕਾਰ ਤੇ ਪਾਇਆ ਸੀ ਦਾਬਾ। ਡਰੀ ਹਕੂਮਤ ਖੜਕੀਆਂ ਲੰਡਨ ਤੱਕ ਤਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਕਿਸ਼ਨ ਸਿੰਘ ਗੜਗੱਜ ਦਾ ਚੱਲਦਾ ਹੈ ਨਾਵਾਂ, ਬੱਬਰੀ ਅਕਾਲੀ ਲਹਿਰ ਦਾ ਬਣਿਆ ਪਰਛਾਵਾਂ। ਮੰਨੀ ਜਿਸ ਦੀ ਈਨ ਸੀ ਕੈਸਾ ਅਸਵਾਰਾਂ, ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਜੋ ਦੁਸ਼ਮਣ ਨੂੰ ਪੈਰ ਨਾ ਸੀ ਭੱਜਣ ਦਿੰਦਾ, ਜੋ ਦੁਸ਼ਮਣ ਨੂੰ ਪੈਰ ਨਾ ਸੀ ਭੱਜਣ ਦਿੰਦਾ, ਨਾਇਕ ਮੇਰੀ ਕੌਮ ਦੇ ਸੁੱਖਾ ਤੇ ਜਿੰਦਾ। ਕਰਕੇ ਉੱਤੇ
ਕੇ ਸਰਦਾਰਾਂ ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਓ ਬਾਜੀ ਸੀ ਸਿਰ ਧੜਾਂ ਦੀ ਜਿਨ੍ਹਾਂ ਨੇ ਲਾਈ, ਹੁੰਦੀ ਰਹੂ ਸੰਘੇੜਿਆ ਜੱਗ ਤੇ ਵਡਿਆਈ। ਹਰਿੰਦਰ ਸਿਆ ਸਿੰਘ ਰੋਕਦੇ ਰਹਿ ਖੂਨੀ ਧਾਰਾਂ ਸਦਾ ਚੱਲਦੀਆਂ ਰਹਿਣੀਆਂ ਮਰਦਾਂ ਦੀਆਂ ਵਾਰਾਂ। ਓ ਪਰਮ ਸਨਮਾਨਯੋਗ ਗੁਰੂ ਪਿਆਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਫਤਿਹ ਬੁਲਾਓ। ਸਾਰੀ ਸੰਗਤ ਆਓ ਪ੍ਰੇਮ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਨੇ ਆਖਿਆ ਭਾਈ ਉਹਦਾ ਵੀ ਭਲਾ, ਤੇ ਜਿਹਨੇ ਨਹੀਂ ਆਖਿਆ ਉਹਦਾ ਵੀ ਭਲਾ। ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਆਪਾਂ ਜਦੋਂ ਫਤਿਹ ਬੁਲਾਉਂਦੇ ਹਾਂ ਦੋ ਵਾਰ ਵਾਹਿਗੁਰੂ ਦਾ ਸਿਮਰਨ ਹੋ ਜਾਇਆ ਕਰਦਾ। ਵਿਦਵਾਨ ਦੱਸਦੇ ਕਿ ਜਿੱਥੋਂ ਤੱਕ ਵਾਹਿਗੁਰੂ ਸ਼ਬਦ ਦੀ ਆਵਾਜ਼ ਜਾਂਦੀ ਹੈ ਉੱਥੋਂ ਤੱਕ ਵਾਜੂ ਮੰਡਲ ਵੀ ਪਵਿੱਤਰ ਹੋ ਜਾਇਆ ਕਰਦਾ। ਸੋ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਆਪਣੇ ਸਵਾਸਾਂ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹਾਂ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਜਿਸ ਦਰਬਾਰ ਉੱਤੇ ਕੋ ਊਚ ਆਵੇ ਨੀਚ ਆਵੇ, ਜੈਨੀ ਆਵੇ ਬੋਧੀ ਆਵੇ, ਬੰਗਾਲੀ ਆਵੇ ਬਿਹਾਰੀ ਆਵੇ, ਸਿੱਖ ਆਵੇ ਸਿੱਖ ਦਾ ਵਾਰੀ ਵੈਰੀ ਆਵੇ, ਸਰਬੱਤ ਦਾ ਭਰਾ ਮੰਨਿਆ ਜਾਂਦਾ। ਦੁਨੀਆ ਦੇ ਵਿੱਚ ਇੱਕੋ ਹੀ ਦਰਬਾਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਜੇ ਦਰਬਾਰ ਉੱਤੇ ਦੁਸ਼ਮਣ ਵੀ ਆ ਜਾਵੇ ਉਹਦਾ ਵੀ ਭਲਾ ਮੰਗਿਆ ਜਾਂਦਾ। ਸੋ ਆਪਾਂ ਐਸੇ ਦਰਬਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮਰੱਥ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਵਿੱਚ ਆਪਾਂ ਨੂੰ ਬੈਠਣ ਦਾ ਸੁਭਾਗ ਸਮਾਂ ਹੋਇਆ। ਸੋ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਗੁਰਬਾਣੀ ਆਤਮਾ ਦੀ ਖੁਰਾਕ ਹੈ, ਇਤਿਹਾਸ ਕੌਮ ਦੀ ਪਛਾਕ ਹੈ। ਗੁਰਬਾਣੀ ਪੜ੍ਹਿਆ ਆਤਮਾ ਬਲਵਾਨ ਹੁੰਦੀ ਹੈ ਤੇ ਇਤਿਹਾਸ ਪੜ੍ਹਿਆ ਕੌਮ ਵਿੱਚ ਜਾਗਰਤਾ ਆਉਂਦੀ ਹੈ। ਆਪਾਂ ਜਦੋਂ ਦਸਮ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ ਤੇ ਪਤਾ ਲੱਗਦਾ ਕਿ ਗੁਰਬਾਣੀ ਪੜ੍ਹਿਆ ਆਤਮਾ ਕਿਵੇਂ ਬਲਵਾਨ ਹੁੰਦੀ ਹੈ। ਜਦੋਂ ਪਹਾੜੀਆਂ ਨੇ ਖੂਨੀ ਹਾਥੀ ਲੋਹਗੜ੍ਹ ਦੇ ਕਿਲੇ ਵੱਲ ਨੂੰ ਛੱਡਣ ਦਾ ਫੈਸਲਾ ਕੀਤਾ, ਉਸ ਵਕਤ ਜਦੋਂ ਸੰਗਤਾਂ ਨੇ ਆਣ ਕੇ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਪਹਾੜੀਆਂ ਦਾ ਜਿਹੜਾ ਖੂਨੀ ਹਾਥੀ ਇੱਧਰ ਨੂੰ ਆ ਰਿਹਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ। ਕਹਿੰਦੇ ਰਾਤੋਂ ਰਾਤ ਦੁਨੀ ਚੰਦ ਮਸੰਦ ਆਪਣਾ ਨਾਮ ਸੁਣ ਕੇ ਬੇਅਮਰਤੀਆ ਜਿਹੜਾ ਗੁਰਬਾਣੀ ਨਹੀਂ ਪੜ੍ਹਦਾ ਸੀ, ਖਾਲੀ ਲੰਗਰਾਂ ਦੇ ਵਿੱਚ ਹਾਜ਼ਰੀ ਲਵਾਇਆ ਕਰਦਾ ਸੀ, ਕਹਿੰਦੇ ਉਹ ਰਾਤੋਂ ਰਾਤ ਹੋਰ ਵੀ ਮਸੰਦਾਂ ਨੂੰ ਲੈ ਕੇ 500 ਮਸੰਦਾਂ ਨੂੰ ਨਾਲ ਲੈ ਕੇ ਕਹਿੰਦੇ ਭੱਜ ਗਿਆ। ਤੇ ਜਦੋਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੁਣ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਕਰੇਗਾ। ਜਦੋਂ ਆਪਾਂ ਬਚਿੱਤਰ ਸਿੰਘ ਦਾ ਇਤਿਹਾਸ ਪੜ੍ਹਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਹਿੰਦੇ ਜਦੋਂ ਇਸ਼ਾਰਾ ਬਚਿੱਤਰ ਸਿੰਘ ਵੱਲ ਨੂੰ ਕੀਤਾ, ਜਦੋਂ ਬਚਿੱਤਰ ਸਿੰਘ ਦਾ ਇਤਿਹਾਸ ਪੜ੍ਹੀ ਦਾ ਪਤਾ ਲੱਗਦਾ, ਕਹਿੰਦੇ ਬੜੇ ਮਧਰੇ ਦੇ ਕੱਦ ਸੀ ਭਾਈ ਬਚਿੱਤਰ ਸਿੰਘ, ਵੱਡਾ ਕੱਦ ਨਹੀਂ ਬਚਿੱਤਰ ਸਿੰਘ ਦਾ, ਕਹਿੰਦੇ ਮਧਰੇ ਦੇ ਕੱਦ ਦਾ, ਕਹਿੰਦੇ ਅੰਮ੍ਰਿਤਧਾਰੀ ਸਿੰਘ, ਪੰਜਾਂ ਬਾਣੀਆਂ ਦਾ ਧਾਰਨੀ ਸਤਿਗੁਰ ਸੱਚੇ ਪਾਤਸ਼ਾਹ ਜਿਹਦੇ ਉੱਤੇ ਕਿਰਪਾ ਸੀ। ਜਦੋਂ ਦਸਮ ਪਾਤਸ਼ਾਹ ਮਹਾਰਾਜ ਨੇ ਨਾਮ ਲਿਆ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਆਣ ਕੇ ਮੱਥਾ ਟੇਕਿਆ, ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮੈਂ ਐਰਾਵਤ ਵਰਗੇ ਹਾਥੀ ਅਸਮਾਨਾਂ ਤੋਂ ਲਾਹ ਕੇ ਤੁਹਾਡੇ ਚਰਨਾਂ ਵਿੱਚ ਪੇਸ਼ ਕਰ ਦੇਵਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਹੈ। ਸੋ ਆਓ ਅੱਜ ਆਪਾਂ ਇਤਿਹਾਸ ਮੋਰਚਾ ਗੁਰੂ ਕਾ ਬਾਗ ਹੈ ਜੋ ਕੱਲ੍ਹ ਨੂੰ ਦਿਹਾੜਾ ਮਨਾਇਆ ਜਾ ਰਿਹਾ, ਜੋ ਅੰਗਰੇਜ਼ ਹਕੂਮਤ ਦੇ ਸਮੇਂ ਉੱਤੇ 1921 ਨੂੰ ਜਦੋਂ ਗੁਰੂ ਘਰਾਂ ਦੇ ਪ੍ਰਬੰਧ ਕਹਿੰਦੇ ਨੇ ਮਹੰਤਾਂ ਦੇ ਹੱਥਾਂ ਵਿੱਚ ਆ ਗਏ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਮਗਰੋਂ ਜਦੋਂ ਕਹਿੰਦੇ ਮਹੰਤਾਂ ਨੇ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਏ, ਵਿਦਵਾਨ ਦੱਸਦੇ ਨੇ ਕਹਿੰਦੇ ਜਦੋਂ ਕਿਸੇ ਦੇ ਕੋਲ 1-2 ਪੋਸਟਾਂ ਤੋਂ ਮਗਰੋਂ ਕਹਿੰਦੇ ਉਹਨਾਂ ਦੇ ਕੋਲ ਸਦਾ ਵਾਸਤੇ ਉਹ ਕੋਈ ਜਗ੍ਹਾ ਰਹਿ ਜਾਵੇ ਫਿਰ ਉਸ ਨੂੰ ਆਪਣੀ ਜੱਦੀ ਕਹਿੰਦੇ ਜਾਇਦਾਦ ਮੰਨਣ ਲੱਗ ਜਾਇਆ ਕਰਦਾ। ਸੋ ਮਹੰਤਾਂ ਨੇ ਕਹਿੰਦੇ ਇਸੇ ਤਰ੍ਹਾਂ ਸਮਝਣਾ ਸ਼ੁਰੂ ਕੀਤਾ ਕਿ ਗੁਰੂ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਸਾਡੀਆਂ ਜੱਦੀ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ
ਬਹੁਤ ਸਾਰੀ ਜ਼ਮੀਨ ਕਹਿੰਦੇ ਗੁਰੂ ਅਸਥਾਨਾਂ ਦੇ ਨਾਮ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਉਣੀ ਕੀਤੀ। ਤੇ ਕਹਿੰਦੇ ਜਦੋਂ 1921 ਦੇ ਵਿੱਚ ਨਰੈਣੂ ਮਹੰਤ ਨੂੰ ਕੱਢ ਕੇ ਕਹਿੰਦੇ ਨਨਕਾਣਾ ਸਾਹਿਬ ਦਾ ਸਾਕਾ ਜਦੋਂ ਬੀਤਿਆ, ਸਾਰੀ ਕੌਮ ਦੇ ਸਾਕੇ ਨੇ ਝੰਜੋੜ ਕੇ ਰੱਖ ਦਿੱਤਾ। ਕਹਿੰਦੇ ਨੇ ਜਦੋਂ ਗੋਰੀ ਹਕੂਮਤ ਨੂੰ ਮਜਬੂਰ ਹੋ ਕੇ ਕਹਿੰਦੇ ਦਰਬਾਰ ਸਾਹਿਬ ਅਕਾਲ ਤਖਤ ਤੇ ਨਨਕਾਣਾ ਸਾਹਿਬ ਦੇ ਗੁਰੂ ਘਰਾਂ ਦੀਆਂ ਕਹਿੰਦੇ ਜਦੋਂ ਚਾਬੀਆਂ ਕਹਿੰਦੇ ਗੁਰਦੁਆਰਾ ਸਰਦਾਰ ਲਹਿਰ ਨੂੰ ਦੇਣੀਆਂ ਪਈਆਂ, ਜਦੋਂ ਸ਼੍ਰੋਮਣੀ ਕਮੇਟੀ ਕਹਿੰਦੇ ਹੋਂਦ ਵਿੱਚ ਆਈ, ਉਸ ਵਕਤ ਕਹਿੰਦੇ ਜਦੋਂ ਮੋਰਚਾ ਗੁਰੂ ਕੇ ਬਾਗ ਦਾ ਆਪਾਂ ਇਤਿਹਾਸ ਪੜ੍ਹਦੇ ਪਤਾ ਲੱਗਦਾ, ਕਹਿੰਦੇ ਇੱਥੇ ਵੀ ਕਰਤਾਰ ਸਿੰਘ ਝੱਬਰ ਆਪਣਾ ਜਥਾ ਲੈ ਕੇ ਭਾਈ ਦਾਨ ਸਿੰਘ ਦੇ ਸਮੇਤ ਕਹਿੰਦੇ ਇਹਨਾਂ ਸਥਾਨਾਂ ਉੱਤੇ ਆਏ। ਇਸ ਸਥਾਨ ਉੱਤੇ ਕਹਿੰਦੇ ਉਸ ਵਕਤ ਸੁੰਦਰਦਾਸ ਮਹੰਤ ਕਹਿੰਦੇ ਪ੍ਰਬੰਧ ਚਲਾ ਰਿਹਾ ਸੀ, ਜਿਹੜਾ ਸਮਝ ਬੈਠਾ ਸੀ ਕਿ ਜੋ ਗੁਰੂ ਘਰ ਦੀ 524 ਕਨਾਲ ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨ ਕਹਿੰਦੇ ਨਾਲ ਵਾਈ ਸੀ ਗੁਰੂ ਘਰ ਦੇ, ਇਹ ਉਸ ਜਾਇਦਾਦ ਨੂੰ ਆਪਣੀ ਸਮਝ ਬੈਠਾ ਸੀ ਤੇ ਇੱਕ ਕਰਮ ਕਰਦਾ ਸੀ, ਸਿੱਖੀ ਦਾ ਪ੍ਰਚਾਰ ਕਰਨ ਦੇ ਜਗ੍ਹਾ ਕਹਿੰਦੇ ਇੱਕ ਕਰਮ ਕਰਿਆ ਕਰਦਾ ਸੀ ਜੋ ਮਰਜ਼ਾਦਾ ਦੇ ਬਿਲਕੁਲ ਉਲਟ ਸੀ। ਕਹਿੰਦੇ ਕਰਤਾਰ ਸਿੰਘ ਝੱਬਰ ਭਾਈ ਦਾਨ ਸਿੰਘ ਆਪਣੇ ਜਥੇ ਦੇ ਸਮੇਤ ਕਹਿੰਦੇ ਇਹਦੇ ਕੋਲ ਆਏ, ਕਹਿਣ ਲੱਗੇ ਵੀ ਜੇ ਤੂੰ ਗੁਰੂ ਘਰ ਦੀ ਮਰਜ਼ਾਦਾ ਲਾਗੂ ਕਰ ਦੇਵੇਂ ਤੇ ਅਸੀਂ ਤੈਨੂੰ ਕੁਝ ਨਹੀਂ ਆਖਦੇ, ਤੂੰ ਸੇਵਾ ਕਰੀ ਚੱਲ। ਕਹਿੰਦੇ ਉਸ ਵਕਤ ਇਹਨਾਂ ਨੇ ਇੱਕ ਲਿਖ ਕੇ ਰਾਜੀਨਾਮਾ ਵੀ ਲਿਆ ਕਿ ਤੂੰ ਪ੍ਰਬੰਧ ਚਲਾ, ਜਿਹਦਾ ਕਹਿੰਦੇ ਪ੍ਰਧਾਨ ਭਾਈ ਦਾਨ ਸਿੰਘ ਨੂੰ ਬਣਾਇਆ ਗਿਆ। ਕਹਿੰਦੇ ਉਸ ਵਕਤ ਇਸ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਅੰਮ੍ਰਿਤਪਾਨ ਕਰ ਲਿਆ। ਕਹਿੰਦੇ ਇਹਨੇ ਸੁੰਦਰਦਾਸ ਦੀ ਜਗ੍ਹਾ ਜਦੋਂ ਪੰਜਾਂ ਪੈਰਾਂ ਦੇ ਇਹਦਾ ਨਾਮ ਜੋਗਿੰਦਰ ਸਿੰਘ ਰੱਖ ਦਿੱਤਾ। ਕਹਿੰਦੇ ਇਹਨੇ ਮਰਜ਼ਾਦਾ ਲਾਗੂ ਕਰ ਦਿੱਤੀ। ਅੱਜ ਸਮਾਂ ਆਪਣੀ ਚਾਲੇ ਚੱਲਦਾ ਗਿਆ। ਕਹਿੰਦੇ ਜਦੋਂ ਉਹ ਦਿਨ ਆਏ ਜਦੋਂ ਮਹਾਤਮਾ ਗਾਂਧੀ ਵਰਗਿਆਂ ਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਹਿੰਦੇ ਤਾਰ ਪਾ ਕੇ ਖੁਸ਼ੀ ਜ਼ਾਹਰ ਕੀਤੀ, ਕਹਿਣ ਲੱਗਾ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਹੈ ਉਹ ਜਿੱਤ ਲਈ ਹੈ। ਜਦੋਂ ਕਹਿੰਦੇ ਇਸ ਗੱਲ ਦਾ ਗੋਰਿਆਂ ਨੂੰ ਪਤਾ ਲੱਗਾ, ਅਖਬਾਰਾਂ ਵਿੱਚ ਗੱਲਾਂ ਛਪੀਆਂ, ਕਹਿੰਦੇ ਗੋਰਿਆਂ ਨੂੰ ਖਤਰਾ ਭਾਸਿਆ ਵੀ ਹੁਣ ਇਸ ਲਹਿਰ ਨੂੰ ਕੁਚਲਣਾ ਜ਼ਰੂਰੀ ਹੈ। ਜੇ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਅਸਾਂ ਨੇ ਨਾ ਕੁਚਲੀ ਤੇ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦਾ ਰਾਜ ਸਾਡੇ ਕੋਲੋਂ ਖੁੱਜ ਜਾਵੇਗਾ, ਸਿੱਖ ਸਾਨੂੰ ਇੱਥੋਂ ਬਾਹਰ ਕੱਢ ਦੇਣਗੇ। ਕਹਿੰਦੇ ਇਹਨਾਂ ਨੇ ਉਸ ਵਕਤ ਜੋਗਿੰਦਰ ਸਿੰਘ ਮਹੰਤ ਦੇ ਨਾਲ ਰਾਬਤਾ ਕੀਤਾ ਔਰ ਉਹਦੀ ਕਹਿੰਦੇ ਪਿੱਠ ਥਾਪੜੀ। ਕਹਿੰਦੇ ਫਿਰ ਇਸ ਜੋਗਿੰਦਰ ਸਿੰਘ ਨੇ ਫਿਰ ਮਹੰਤ ਸੁੰਦਰਦਾਸ ਵਾਲੇ ਕਰਮ ਕਰਨੇ ਕਹਿੰਦੇ ਸ਼ੁਰੂ ਕਰ ਦਿੱਤੇ। ਉਹ ਗੁਰੂ ਘਰ ਜਿੱਥੇ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਕੀ ਵਡਾਈ ਹੋਇਆ ਕਰਦੇ ਸਨ, ਕਹਿੰਦੇ ਆਸ-ਪਾਸ ਦੇ ਨਗਰਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਜਾਇਆ ਕਰਦੇ ਸਨ। ਇਸ ਗੁਰੂ ਘਰ ਦੇ ਆਲੇ ਦੁਆਲੇ ਪਿੰਡ ਕੁੱਕੇਵਾਲੀ ਸਿੰਘਸਰਾ ਤੇੜਾ ਰਾਜਾ ਸਿੰਘ ਸੀ, ਕਹਿੰਦੇ ਇੱਥੇ ਦੀਆਂ ਸਿੱਖ ਸੰਗਤਾਂ ਨੂੰ ਤਾਰਦੇ ਸਨ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਚੱਲਦੇ ਜਦੋਂ ਕਹਿੰਦੇ ਕੁੱਕੇਵਾਲੀ ਦੇ ਸਿੰਘਸਰਾ ਦੇ ਵਿਚਾਲੇ ਪਹੁੰਚੇ, ਇੱਥੇ ਇੱਕ ਰੁੱਖ ਦੇ ਹੇਠਾਂ ਸਤਿਗੁਰ ਸੱਚੇ ਪਾਤਸ਼ਾਹ ਉਦੋਂ ਪਧਾਰੇ ਸੀ ਜਦੋਂ ਰਾਜਾ ਹਰੀ ਸੈਨ ਨੇ ਗੁਰੂ ਦਰਬਾਰ ਦੇ ਵਿੱਚ ਆਣ ਕੇ ਕਹਿੰਦੇ ਜਦੋਂ ਗੁਰੂ ਘਰ ਦਾ ਗ੍ਰੰਥੀ ਕਹਿੰਦੇ ਪਾਠ ਕਰ ਰਿਹਾ ਸੀ, ਲੇਖ ਨਾ ਮਿਲਦਾ ਇਹ ਸਗੀ ਲਿਖਿਆ ਜੋ ਕਰਤਾਰ। ਕਹਿੰਦੇ ਉਸ ਵਕਤ ਇਹ ਸ਼ੰਕਾ ਆਪਣੇ ਮਨ ਵਿੱਚ ਪਾਲ ਬੈਠਾ ਵੀ ਜੇ ਲਿਖਿਆ ਹੋਏ ਲੇਖ ਹੀ ਨਹੀਂ ਮਿਟਣਾ ਤੇ ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ। ਕਹਿੰਦੇ ਸ਼ੰਕਾ ਲੈ ਕੇ ਜਦੋਂ ਕਹਿੰਦੇ ਗੁਰੂ ਦਰਬਾਰ ਦੇ ਵਿੱਚ ਵਿਚਰਿਆ, ਕਹਿੰਦੇ ਅਗਲੇ ਦਿਨ ਜਦੋਂ ਇਹ ਰਾਤ ਨੂੰ ਸੋਹਣਾ ਕੀਤਾ, ਕਹਿੰਦੇ ਰਾਤ ਇਹਦਾ ਜਨਮ ਸੁਪਨੇ ਵਿੱਚ ਕੀ ਵੇਖਦਾ ਕਿ ਮੇਰਾ ਜਿਹੜਾ ਜਨਮ ਹੈ ਉਹ ਭੰਗੀਆਂ ਦੇ ਘਰੇ ਹੋ ਗਿਆ। ਇੰਨੀ ਗਰੀਬੀ ਹੈ, ਘਰੇ ਕੁਝ ਖਾਣ ਪੀਣ ਨੂੰ ਨਹੀਂ ਤੇ ਕਹਿੰਦੇ ਬੇਰ ਤੋੜ ਕੇ ਕਹਿੰਦੇ ਖਾ ਕੇ ਗੁਜ਼ਾਰਾ ਕਰ ਰਿਹਾ। ਕਹਿੰਦੇ ਅੱਜ ਜਦੋਂ ਇਹ ਅੰਮ੍ਰਿਤ ਵੇਲੇ ਦੀ ਅੱਖ ਖੁੱਲੀ ਤੇ ਕਹਿੰਦੇ ਇਸ ਨੇ ਵੇਖਿਆ ਕਿ ਮੈਨੂੰ ਸੁਪਨਾ ਆ ਰਿਹਾ ਸੀ। ਕਹਿੰਦੇ ਸੁਪਨਾ ਮਹਿਸੂਸ ਕੀਤਾ। ਫਿਰ ਕਹਿੰਦੇ ਜਦੋਂ ਆਪਣੇ ਦੰਦਾਂ ਦੇ ਵਿੱਚ ਉਹ ਬੇਰ ਫਸੇ ਹੋਏ ਵੇਖੇ, ਬੜਾ ਹੈਰਾਨ ਹੋਇਆ ਕਿ ਮੇਰੇ ਦੰਦਾਂ ਦੇ ਵਿੱਚ ਇਹ ਫਿਰ ਬੇਰ ਕਿੱਥੋਂ ਆਏ ਜੇ ਮੈਂ ਸੁਪਨਾ ਵੇਖ ਰਿਹਾ ਸੀ। ਕਹਿੰਦੇ ਅਗਲੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਇਹਨਾਂ ਨਗਰਾਂ ਵਿੱਚ ਜਦੋਂ ਗਿਆ, ਕਹਿੰਦੇ ਸ਼ਿਕਾਰ ਖੇਡਦਾ ਅੱਗੇ ਨਿਕਲ ਗਿਆ ਤੇ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਇੱਕ ਰੁੱਖ ਦੇ ਹੇਠਾਂ ਬਰਾਜੇ, ਇਹਨੇ ਆਣ ਕੇ ਆਪਣੀ ਪਰੇਸ਼ਾਨੀ ਦਾ ਕਾਰਨ ਦੱਸਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਕਹਿੰਦੇ ਉਸ ਵਕਤ ਇਹਦੀ ਇੱਥੇ 84 ਕੱਟੀ ਸੀ, ਇਹਦਾ ਭਰਨ ਮਟਾਇਆ ਸੀ। ਕਹਿੰਦੇ ਉਸ ਵਕਤ ਇੱਥੇ ਜਦੋਂ ਗੁਰੂ ਕੀ ਰੋੜ
ਨਾਮ ਦੇ ਨਾਲ ਇੱਥੇ ਗੁਰੂ ਘਰ ਉਸਾਰੇ ਗਏ। ਕਹਿੰਦੇ ਗੁਰੂ ਕੀ ਰੋਡ ਦੇ ਨਾਲ ਇਹ ਜਿਹੜਾ ਸਥਾਨ ਹੈ ਉਹ ਮਸ਼ਹੂਰ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵਾਸੀ। ਬਾਅਦ ਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਨੇ ਇੱਥੇ ਆਪਣੇ ਮੁਬਾਰਕ ਚਰਨ ਪਰਕ ਪਾ ਕੇ ਇਸ ਧਰਤੀ ਉੱਤੇ ਕਹਿੰਦੇ ਇੱਕ ਬਾਗ ਲਵਾਇਆ। ਫਿਰ ਇਸ ਗੁਰੂ ਘਰ ਦਾ ਨਾਮ ਗੁਰੂ ਕਾ ਬਾਗ ਪੈ ਗਿਆ। ਸੋ ਦੋ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਸ਼ੋਭਤ ਇਹ ਗੁਰੂ ਘਰ ਕਹਿੰਦੇ ਇੱਥੇ ਮਹੰਤ ਜੋਗਿੰਦਰ ਸਿੰਘ ਜਿਸ ਨੇ ਜੋਗਿੰਦਰ ਸਿੰਘ ਨਾਮ ਤੇ ਰਖਾ ਲਿਆ, ਪਰ ਨਾ ਜਿਹੜਾ ਕੰਮ ਹੈ ਕਹਿੰਦੇ ਮਹੰਤਾਂ ਵਾਲਾ ਉਦੋਂ ਕਰਨਾ ਫਿਰ ਇਹਨੇ ਸ਼ੁਰੂ ਕਰ ਦਿੱਤਾ ਜਦੋਂ ਕਹਿੰਦੇ ਗੋਰੇ ਹਕੂਮਤ ਨੇ ਇਹਦੀ ਆਣ ਕੇ ਪਿੱਠ ਥਾਪੜੀ। ਕਹਿੰਦੇ ਇਹਨੇ ਉਹੀ ਫਿਰ ਕਰਮ ਕਰਨੇ ਜਦੋਂ ਸ਼ੁਰੂ ਕੀਤੇ। ਕਹਿੰਦੇ ਇਸ ਨੇ ਕੀਤਾ ਹੋਇਆ ਜਿਹੜਾ ਲਿਖਤੀ ਰਾਜੀਨਾਮਾ ਸੀ ਉਹ ਵੀ ਪਾੜ ਦਿੱਤਾ ਤੇ ਕਹਿੰਦੇ ਆਪਣੇ ਆਪ ਨੂੰ ਇਹ ਇੱਥੇ ਦਾ ਮਾਲਕ ਦੱਸਣ ਲੱਗ ਪਿਆ। ਕਹਿੰਦੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਪੁੱਤਰ ਧਰਤੀ ਤੋਂ ਮਾਸਟਰ ਤਾਰਾ ਸਿੰਘ ਨੇ 5 ਗੁਰਸਿੱਖਾਂ ਨੂੰ ਕਹਿੰਦੇ ਇਸ ਸਥਾਨ ਉੱਤੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਵਾਸਤੇ ਕਹਿੰਦੇ ਲੱਕੜਾਂ ਕੱਟਣ ਵਾਸਤੇ ਭੇਜਿਆ। ਕਹਿੰਦੇ ਜਦੋਂ ਇਸ ਸਥਾਨ ਤੇ ਸਿੱਖ ਲੱਕੜਾਂ ਕੱਟਣ ਵਾਸਤੇ ਆਏ, ਕਹਿੰਦੇ ਇਸ ਨੇ ਪੁਲਿਸ ਬੁਲਾ ਕੇ ਕਹਿੰਦੇ ਗ੍ਰਿਫਤਾਰ ਕਰਵਾ ਦਿੱਤੇ। 5 ਸਿੱਖਾਂ ਨੂੰ ਨਾਲੇ ਕਹਿੰਦੇ ਪੁਲਿਸ ਨੇ ਕੁੱਟਿਆ, ਨਾਲੇ ਕਹਿੰਦੇ 6-6 ਮਹੀਨੇ ਦੀ ਕੈਦ ਕਰ ਦਿੱਤੀ, 50-50 ਰੁਪਏ ਜੁਰਮਾਨਾ ਕਰ ਦਿੱਤਾ ਔਰ ਇਹਨਾਂ ਤੇ ਕੇਸ ਪਾਇਆ ਕਿ ਇਹ ਚੋਰੀ ਬਾਲਣ ਕੱਟਣ ਵਾਸਤੇ ਇੱਥੇ ਆ ਗਏ। ਕਹਿੰਦੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਹੁਣ ਗੋਰੀ ਹਕੂਮਤ ਆਪਣਾ ਕਬਜ਼ਾ ਗੁਰੂ ਘਰਾਂ ਤੇ ਜਮਾਉਣਾ ਚਾਹੁੰਦੀ ਹੈ, ਕਹਿੰਦੇ ਅੱਜ ਗੁਰਸਿੱਖਾਂ ਨੇ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਅਕਾਲ ਤਖਤ ਸਾਹਿਬ ਦੀ ਪਵਿੱਤਰ ਅਸਥਾਨ ਉੱਤੇ ਕਹਿੰਦੇ ਇੱਕ ਇਕੱਠ ਬੁਲਾਇਆ। ਸਮੂਹ ਸਿੱਖ ਸੰਗਤਾਂ ਇੱਥੇ ਇਕੱਤਰ ਹੋਈਆਂ। ਫੈਸਲਾ ਲਿਆ ਗਿਆ ਕਿ ਸ਼ਾਂਤਮਈ ਰਹਿ ਕੇ ਇਹ ਜਿਹੜਾ ਮੋਰਚਾ ਲਿਆ ਜਾਵੇਗਾ। ਅੱਜ ਕਹਿੰਦੇ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ ਤੇ ਸਰਮੁਖ ਸਿੰਘ ਕਹਿੰਦੇ ਝਬਾਲ ਵਰਗੇ ਮਹਾਨ ਗੁਰਸਿੱਖ ਜਦੋਂ ਇੱਥੇ ਸਿੱਖ ਸੰਗਤਾਂ ਦੇ ਨਾਲ ਕਹਿੰਦੇ 6ਵੇਂ ਪਾਤਸ਼ਾਹ ਮਹਾਰਾਜ ਦੇ ਉਸਾਰੇ ਹੋਏ ਥੜੇ ਇਸ ਪੁੱਤਰ ਧਰਤੀ ਉੱਤੇ ਆਣ ਕੇ ਗਲ 'ਚ ਪਰਨਾ ਪਾ ਕੇ 6ਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਜਿਵੇਂ ਅਰਦਾਸ ਬੇਨਤੀ ਜੋਦਰੀ ਕਰਨ ਲੱਗੇ ਨੇ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸ਼ਾਂਤਮਈ ਰਹਿ ਕੇ ਅਸੀਂ ਅੰਦੋਲਨ ਕਰਨ ਲੱਗੇ ਹਾਂ। ਆਪ ਜੀ ਨੇ ਆਪਣਾ ਮਿਹਰ ਭਰਿਆ ਹੱਥ ਸਿੱਖ ਸੰਗਤਾਂ ਉੱਤੇ ਰੱਖਣਾ, ਜਿਵੇਂ ਗੁਰੂ ਕੇ ਪਿਆਰੇ ਇਸ ਸਥਾਨ ਉੱਤੇ ਖੜੇ ਹੋ ਕੇ ਅਰਦਾਸ ਬੇਨਤੀ ਜੋਦਰੀ ਕਰਦੇ ਨੇ, ਉਸ ਵਕਤ ਦਾ ਵਾਤਾਵਰਨ ਕਵੀ ਦੀ ਕਲਮ ਨੇ ਇਹ ਇਉਂ ਬਿਆਨ ਕੀਤਾ। ਤੁਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਅੱਜ ਤੱਕ ਤੇ ਅਕਾਲੀ ਉੱਤੇ ਸਿੰਘਾਂ ਸੋਧਿਆ ਏ ਅਰਦਾਸਾ, ਏ 6ਵੇਂ ਸਤਿਗੁਰ ਜੀ ਕਰ ਦਿਓ ਪੂਰ ਦਿਲੇ ਦੀ ਆਸਾ। ਬਣਾਏ ਮੁਸੀਬਤ ਜੋ ਉਸ ਨੂੰ ਸਿਰ ਤੇ ਹੱਸ ਹੰਡਾਈਏ, ਬਲ ਬਖਸ਼ੋ ਸਤਿਗੁਰ ਜੀ ਗੋਰੇ ਸਥਾਨ ਆਜ਼ਾਦ ਕਰਾਈਏ। ਅੱਜ ਤੱਕ ਤੇ ਅਕਾਲੀ ਉੱਤੇ ਸਿੰਘਾਂ ਸੋਧਿਆ ਏ ਅਰਦਾਸਾ, ਏ 6ਵੇਂ ਸਤਿਗੁਰ ਜੀ ਕਰ ਦਿਓ ਪੂਰ ਦਿਲੇ ਦੀ ਆਸਾ। ਬਣਾਏ ਮੁਸੀਬਤ ਜੋ ਉਸ ਨੂੰ ਸਿਰ ਤੇ ਹੱਸ ਹੰਡਾਈਏ, ਬਲ ਬਖਸ਼ੋ ਸਤਿਗੁਰ ਜੀ ਗੋਰੇ ਸਥਾਨ ਆਜ਼ਾਦ ਕਰਾਈਏ। ਓ ਰਹਿ ਕੇ ਤੇ ਸ਼ਾਂਤਮਈ ਮਿੱਠਾ ਕਰਕੇ ਮੰਨੀਏ ਪਾਣ, ਗਲ ਪੱਲਾ ਪਾ ਕੇ ਤੇ ਦਰ ਤੇ ਖਾਲਸਾ ਖੜਾਨ ਤੈਣ। ਸਿਰ ਤੇ ਰਹੇ ਹੱਥ ਸਦਾ ਮੱਥਾ ਨਾਲ ਜ਼ੁਲਮ ਦੇ ਲਾਈਏ, ਬਲ ਬਖਸ਼ੋ ਸਤਿਗੁਰ ਜੀ ਗੋਰੇ ਸਥਾਨ ਆਜ਼ਾਦ ਕਰਾਈਏ। ਓ ਅੱਜ ਭਾਈ ਲਾਲੋ ਤੇ ਹੋਏ ਫੇਰ ਮਲਕੀ ਨੇ ਪਾਰੂ, ਘਰ ਚੱਲ ਕੇ ਜਿਨ੍ਹਾਂ ਦੇ ਦਿੰਦਾਰਿਆਂ ਨਾਮ ਦਾ ਦਾਰੂ। ਉਹ ਪੜ ਕੇ ਗੁਰਬਾਣੀ ਨੂੰ ਗੁੜ ਗਿਆਨ ਦਾ ਤੀਰ ਲਗਾਈਏ, ਬਲ ਬਖਸ਼ੋ ਸਤਿਗੁਰ ਜੀ ਗੋਰੇ ਸਥਾਨ ਆਜ਼ਾਦ ਕਰਾਈਏ। ਓ ਅਫਸਰ ਜੋ ਗੋਰੇ ਦੇ ਸਾਨੂੰ ਅੱਜ ਵਿਖਾਲਣ ਅੱਖਾਂ, ਹੈ ਨਸ਼ਾ ਹਕੂਮਤ ਦਾ ਸਾਨੂੰ ਗੁਰੂ ਨਾਨਕ ਦੀਆਂ ਰੱਖਾਂ।
ਜਿਸ ਰਾਖੀ ਕਰਨੀ ਸੀ ਉਹ ਬਣ ਬੈਠੇ ਜਰਵਾਣੇ। ਉਹ ਜਬਰਾਂ ਤੇ ਸਬਰਾਂ ਦਾ ਦਾਤਾ ਪਾ ਕੇ ਫਤਿਹ ਵਿਖਾਈਏ। ਬਲ ਬਖਸ਼ੋ ਸਤਿਗੁਰ ਜੀ ਗੁਰ ਸਥਾਨ ਉਜਾਦ ਕਰਾਈਏ। ਉਹ ਕਰੋ ਕਿਰਪਾ ਸਤਿਗੁਰ ਜੀ ਹੋ ਜੇ ਪੂਰਮਨਾ ਦੀ ਸ਼ਰਧਾ। ਗੁਰੂ ਤੇਗ ਬਹਾਦਰ ਦਾ ਤਕੀਏ ਨੂਰੀ ਇਲਾਹੀ ਵਰਦਾ। ਦੁੱਲਦਾ ਹੈ ਪਾਪ ਸਦਾ ਹੁੰਦਾ ਧਰਮ ਦਾ ਭਲਾ ਟਿਕਾਈਏ। ਬਲ ਬਖਸ਼ੋ ਸਤਿਗੁਰ ਜੀ ਗੁਰ ਸਥਾਨ ਉਜਾਦ ਕਰਾਈਏ। ਉਹ ਪੱਥਰ ਦੀ ਬੇੜੀ ਜੋ ਕਹਿੰਦੇ ਡੁੱਬਦੀ ਡੂੰਘੇ ਪਾਣੀ। ਪਾਪੀ ਲਈ ਪਾਪ ਬਲੀ ਏਦਾਂ ਕਹਿੰਦੀ ਏ ਗੁਰਬਾਣੀ। ਉਹ ਧਰਮਾਂ ਦੀ ਬੇੜੀ ਨੂੰ ਲਾ ਕੇ ਚੱਪੂ ਪਾਰ ਲਗਾਈਏ। ਬਲ ਬਖਸ਼ੋ ਸਤਿਗੁਰ ਜੀ ਗੁਰ ਸਥਾਨ ਉਜਾਦ ਕਰਾਈਏ। ਉਹ ਤੇਰੇ ਦਰ ਦਾਤਾ ਜੀ ਸੰਗਤ ਰਲ ਕਰਦੀ ਏ ਰਜੋਈਆਂ। ਚੱਲ ਕੇ ਦਰਿਆਏ ਆਪਣੇ ਬਿਰਦ ਨੂੰ ਦੇਵੀ ਟੋਈਆਂ। ਉਹ ਹਰਪਾਲ ਸਿੰਘੇੜਾ ਕਹੇ ਰਲ ਕੇ ਵਾਰ ਮਰਦ ਦੀ ਗਾਈਏ। ਬਲ ਬਖਸ਼ੋ ਸਤਿਗੁਰ ਜੀ ਗੁਰ ਸਥਾਨ ਆਜ਼ਾਦ ਕਰਾਈਏ। ਅੱਜ ਕਹਿੰਦੇ ਅਕਾਲ ਤਖਤ ਪਵਿੱਤਰ ਅਸਥਾਨ ਉੱਤੇ ਸਮੂਹ ਖਾਲਸਾ ਪੰਥ ਕਹਿੰਦੇ ਅਰਦਾਸ ਬੇਨਤੀ ਜੁਗਦੀ ਕਰ ਰਿਹਾ ਸੀ। ਇੱਧਰ ਕਹਿੰਦੇ ਜਦੋਂ ਗੋਰੀ ਹਕੂਮਤ ਨੂੰ ਪਤਾ ਲੱਗਿਆ ਕਿ ਸਿੱਖ ਕੌਮ ਅੰਦੋਲਨ ਸ਼ੁਰੂ ਕਰਨ ਲੱਗੀ ਹੈ, ਅਰਦਾਸ ਬੇਨਤੀ ਜੁਗਦੀ ਕਰ ਰਹੇ ਨੇ, ਕਹਿੰਦੇ ਉਸ ਵਕਤ ਇੱਥੇ ਦਾ ਕਹਿੰਦਾ ਅੰਗਰੇਜ਼ ਸੁਪਰਡੈਂਟ ਜੋ ਬੀਟੀ ਨਾਮ ਦਾ ਸੀ, ਜਿਸ ਨੂੰ ਹਦਾਇਤਾਂ ਸੀ ਕਿ ਕਿਸੇ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ, ਬਗਾਵਤ ਨੂੰ ਕੁਚਲ ਦਿੱਤਾ ਜਾਵੇ, ਖਾਸ ਕਰਕੇ ਗੁਰਦੁਆਰਾ ਸਰਦਾਰ ਲਹਿਰ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਵੇ। ਬਾਅਦ ਵਿੱਚ ਸਾਡੇ ਵਾਸਤੇ ਬਹੁਤ ਵੱਡਾ ਖਤਰੇ ਦਾ ਕਾਰਨ ਬਣ ਸਕਦਾ। ਕਹਿੰਦੇ ਅੱਜ ਗੋਰੀ ਹਕੂਮਤ ਨੇ ਕਹਿੰਦੇ ਮਾਸਟਰ ਤਾਰਾ ਸਿੰਘ, ਸਰਮੁਖ ਸਿੰਘ ਝਬਾਲ, ਹੋਰ ਪਤਵੰਤੇ ਗੁਰਸਿੱਖਾਂ ਨੂੰ ਕਹਿੰਦੇ ਅਰਦਾਸ ਕਰਨ ਦੇ ਕਹਿੰਦੇ ਅੱਜ ਜ਼ੁਲਮ ਦੇ ਵਿੱਚ ਉਹ ਸਮਝਦੇ ਸਨ ਕਿ ਸਾਡੇ ਖਿਲਾਫ ਇਹ ਬਣਤਾਂ ਬਣਾ ਰਹੇ ਨੇ। ਇਸ ਕਰਕੇ ਕਹਿੰਦੇ ਗੁਰਸਿੱਖ ਪਿਆਰਿਆਂ ਨੂੰ ਇਹਨਾਂ ਨੇ ਕਹਿੰਦੇ ਗ੍ਰਿਫਤਾਰ ਕਰ ਲਿਆ। ਕਹਿੰਦੇ ਫਿਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਕਹਿੰਦੇ ਸਾਰਾ ਕਾਰੋਬਾਰ ਸੀ ਉਹ ਤੇਜਾ ਸਿੰਘ ਸਮੁੰਦਰੀ ਉਹ ਸਾਂਭਣ ਲੱਗੇ ਤੇ ਦੇਖਣ ਲੱਗੇ। ਕਹਿੰਦੇ ਅੱਜ ਇਸ ਸਥਾਨ ਤੋਂ ਕਹਿੰਦੇ 5 ਗੁਰਸਿੱਖ ਫਿਰ ਕਹਿੰਦੇ ਗ੍ਰਿਫਤਾਰੀ ਦੇਣ ਵਾਸਤੇ ਕਹਿੰਦੇ ਇਸ ਸਥਾਨ ਵੱਲ ਨੂੰ ਕਹਿੰਦੇ ਗੁਰੂ ਕੇ ਬਾਗ ਵੱਲ ਨੂੰ ਰਵਾਨਾ ਹੋਏ। ਕਹਿੰਦੇ ਜਦੋਂ ਇਹ ਕਹਿੰਦੇ 5 ਗੁਰਸਿੱਖ ਫਿਰ ਇੱਥੇ ਲੱਕੜਾਂ ਕੱਟਣ ਵਾਸਤੇ ਗਏ, ਕਹਿੰਦੇ ਫਿਰ ਗੋਰੀ ਸਰਕਾਰ ਨੇ ਉਹਨਾਂ ਨੂੰ ਨਾਲੇ ਕੁੱਟਿਆ ਤੇ ਨਾਲੇ ਕਹਿੰਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕਹਿੰਦੇ ਫਿਰ ਨਿਰੰਤਰ ਜਥੇ ਬੰਨ੍ਹ ਕੇ ਦੂਰਾਂ ਦੂਰਾਂ ਤੋਂ ਕਹਿੰਦੇ ਗੁਰੂ ਕੇ ਬਾਗ ਵੱਲ ਨੂੰ ਜਾਣ ਲੱਗੇ। ਇੱਥੋਂ ਤੱਕ ਕਹਿੰਦੇ ਗੋਰੀ ਨੂੰ ਖਤਰਾ ਪਾਸਿਆ। ਕਹਿੰਦੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਜ਼ਿਮੀਂਦਾਰ ਭਰਾ ਸਨ ਉਹ ਖੇਤਾਂ ਵਿੱਚ ਕਿਰਤ ਕਮਾਈ ਕਰਦਿਆਂ ਨੂੰ ਕਹਿੰਦੇ ਪੁਲਿਸ ਵਾਲਿਆਂ ਨੇ ਚੁੱਕ ਚੁੱਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਮਾਨੋ ਕਿ ਆਪਣੀ ਦਹਿਸ਼ਤ ਪਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਪਿੰਡ ਤੇੜੇ ਦੇ ਕਹਿੰਦੇ ਪਿਓ ਪੁੱਤਰ ਭਗਤ ਸਿੰਘ ਤੇ ਤਾਰਾ ਸਿੰਘ ਕਹਿੰਦੇ ਆਪਣੇ ਖੇਤਾਂ ਦੇ ਵਿੱਚ ਜੋ ਕੰਮ ਕਰ ਰਹੇ ਸਨ, ਕਹਿੰਦੇ ਇਹਨਾਂ ਦੋਨਾਂ ਨੂੰ ਇੰਨਾ ਕੁੱਟਿਆ ਮਾਰਿਆ ਗਿਆ। ਕਹਿੰਦੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਇਹ ਕਹਿੰਦੇ ਸ਼ਹੀਦੀ ਦਾ ਜਾਮ ਪਾ ਗਏ। ਅੱਜ ਕਹਿੰਦੇ ਦੂਰਾਂ ਦੂਰਾਂ ਤੋਂ ਲਹਿਲਪੁਰ ਦੀ ਧਰਤੀ ਤੋਂ ਕਹਿੰਦੇ ਜਦੋਂ ਜਥਾ ਰਵਾਨਾ ਹੋਇਆ, ਜਦੋਂ ਚੀਨੇ ਦੇ ਪੁਲ ਉੱਤੇ ਪਹੁੰਚੇ, ਕਹਿੰਦੇ ਅੱਜ ਗੋਰੀ ਸਰਕਾਰ ਨੇ ਕਹਿੰਦੇ ਗੁਰੂ ਘਰ ਤੋਂ ਪਿੱਛੇ ਹੀ ਚੌਂਕੀਆਂ ਬਿਠਾ ਦਿੱਤੀਆਂ ਕਿ ਗੁਰਸਿੱਖਾਂ ਨੂੰ ਗੁਰੂ ਕੇ ਬਾਗ ਵਿਖੇ ਆਉਣ ਹੀ ਨਾ ਦਿੱਤਾ ਜਾਵੇ। ਕਹਿੰਦੇ ਜਿਹੜੇ ਜਥੇ ਆਉਂਦੇ ਸਨ ਪਹਿਲਾਂ ਉਹਨਾਂ ਨੂੰ ਕੁੱਟਿਆ ਜਾਂਦਾ ਸੀ, ਜਿੰਨਾ ਚਿਰ ਉਹ ਬੇਹੋਸ਼ ਨਹੀਂ ਹੋ ਜਾਂਦੇ ਸਨ ਉਹਨਾਂ ਚਿਰ ਕਹਿੰਦੇ ਬੀਟੀ ਦਾ ਆਰਡਰ ਸੀ ਕਿ ਇਹਨਾਂ ਦੇ ਡਾਂਗਾਂ ਵਰਾਉਣੀਆਂ ਜਾਰੀ ਰੱਖਣੀਆਂ। ਤੇ ਕਹਿੰਦੇ ਜਦੋਂ ਉਹ ਫੱਟੜ ਹੋ ਕੇ ਧਰਤੀ 'ਤੇ ਡਿੱਗ ਜਾਂਦੇ ਸਨ ਫਿਰ ਕਹਿੰਦੇ ਇਹ ਗੋਰਾ ਆਪਣੇ ਘੋੜੇ ਇਹਨਾਂ ਦੀਆਂ ਛਾਤੀਆਂ ਉੱਤੇ ਭਜਾਉਂਦਾ ਸੀ। ਕਹਿੰਦੇ ਜਦੋਂ ਇਸੇ ਤਰ੍ਹਾਂ ਨਿਰੰਤਰ ਜਥੇ ਆਉਂਦੇ ਰਹੇ, ਕਹਿੰਦੇ ਸਾਰੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਹਾਹਾਕਾਰ ਮਚ ਗਈ ਕਿ ਸਿੱਖਾਂ ਦੇ ਉੱਤੇ ਗੋਰੀ ਹਕੂਮਤ ਇੰਨੇ ਜ਼ੁਲਮ ਢਾ ਰਹੀ ਹੈ, ਪਰ ਬਲ ਹੋਣ ਦੇ ਬਾਵਜੂਦ ਵੀ ਗੁਰਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਉੱਤੇ ਹੱਥ ਨਹੀਂ ਉਠਾਉਣਾ ਕੀਤਾ।
ਜਦੋਂ ਕਹਿੰਦੇ ਇਹ ਅੰਗਰੇਜ਼ ਡਾਂਗਾ ਮਰਾਉਂਦੇ ਸਨ, ਗੁਰਸਿੱਖ ਪਿਆਰੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਸਨ। ਅੱਜ ਕਹਿੰਦੇ 1922 ਅਗਸਤ ਮਹੀਨੇ ਦੇ ਵਿੱਚ ਇੱਥੇ ਲਾਇਆ ਹੋਇਆ ਮੋਰਚਾ, ਕਹਿੰਦੇ ਅੱਜ ਅਗਲਾ ਮਹੀਨਾ ਚੜ੍ਹ ਪਿਆ, ਕਹਿੰਦੇ ਅੰਗਰੇਜ਼ ਦਾ ਤਸ਼ੱਦਦ ਨਿਰੰਤਰ ਜਾਰੀ ਹੈ। ਕਹਿੰਦੇ ਸਾਰੀਆਂ ਹੀ ਕੌਮਾਂ ਨੇ, ਹਿੰਦੂ ਵੀਰਾਂ ਨੇ, ਮੁਸਲਮਾਨ ਵੀਰਾਂ ਨੇ, ਸਾਰਿਆਂ ਨੇ ਹੀ ਕਹਿੰਦੇ ਇਸ ਅੰਦੋਲਨ ਦਾ ਸਹਿਯੋਗ ਕੀਤਾ। ਕਹਿੰਦੇ ਨੇ ਜਗ੍ਹਾ ਜਗ੍ਹਾ ਉੱਤੇ ਆਲੇ ਦੁਆਲੇ ਦੇ ਪਿੰਡਾਂ ਨੇ ਕਹਿੰਦੇ ਇਹਨਾਂ ਗੁਰਸਿੱਖ ਪਿਆਰਿਆਂ ਵਾਸਤੇ ਲੰਗਰ ਲਾਉਣੇ ਸ਼ੁਰੂ ਕੀਤੇ। ਕਹਿੰਦੇ ਡਾਕਟਰ ਕਹਿੰਦੇ ਇਹਨਾਂ ਦੀ ਫਸਟ ਏਡ ਕਰਨ ਵਾਸਤੇ ਕਹਿੰਦੇ ਆਉਣੇ ਸ਼ੁਰੂ ਹੋਏ। ਜਦੋਂ ਡਾਕਟਰ ਵੀ ਆਉਂਦੇ ਸਨ, ਕਹਿੰਦੇ ਬੀਟੀ ਉਹਨਾਂ ਨੂੰ ਵੀ ਕੁੱਟਿਆ ਮਾਰਿਆ ਕਰਦਾ ਸੀ। ਅੱਜ ਕਹਿੰਦੇ ਇਹ ਸਮਾਂ ਇਸ ਤਰ੍ਹਾਂ ਚੱਲਦਾ ਗਿਆ, ਜਦੋਂ ਕਹਿੰਦੇ ਨਿਰੰਤਰ ਜਥੇ ਵੀ ਆਉਂਦੇ ਗਏ, ਇੱਧਰੋਂ ਕਹਿੰਦੇ ਗੋਰੀ ਹਕੂਮਤ ਆਪਣਾ ਤਸ਼ੱਦਦ ਵਧਾਉਂਦੀ ਗਈ। ਕਹਿੰਦੇ ਅੱਜ ਕਹਿੰਦੇ ਇਹਨਾਂ ਜਥਿਆਂ ਨੂੰ ਇੱਥੋਂ ਫੜ ਕੇ ਫੱਟੜ ਕਰ ਕਰਕੇ ਕਿਸੇ ਨੂੰ ਗੁਜਰਾਤ ਦੀ ਜੇਲ੍ਹ, ਕਿਸੇ ਨੂੰ ਲਾਲਪੁਰ ਦੀ ਜੇਲ੍ਹ, ਕਿਸੇ ਨੂੰ ਮਲਤਾਨ ਦੀ ਜੇਲ੍ਹ, ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਜੇਲ੍ਹਾਂ ਵਿੱਚ ਕੈਦ ਕਰਕੇ ਸੁੱਟ ਰਹੇ ਸਨ। ਕਿਸੇ ਨੂੰ ਪਾਣੀ, ਕਿਸੇ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਸੀ। ਕਈ ਸਿੰਘ ਇਸ ਤਰ੍ਹਾਂ ਸ਼ਹੀਦੀ ਦਾ ਜਾਮ ਪੀ ਗਏ। ਅੱਜ ਕਹਿੰਦੇ ਉਹ ਸਮਾਂ ਆਇਆ ਜਦੋਂ ਕਹਿੰਦੇ ਇੱਥੇ ਬਹੁਤ ਸਾਰੇ ਗੁਰਸਿੱਖ ਪਿਆਰੇ ਜਦੋਂ ਕਹਿੰਦੇ ਇਸ ਅੰਦੋਲਨ ਵਿੱਚ ਆਏ, ਕਹਿੰਦੇ ਇਹਨਾਂ ਨੇ ਕੁੱਟ ਮਾਰ ਕੇ ਧਰਤੀ ਉੱਤੇ ਸੁੱਟ ਕੇ ਕਹਿੰਦੇ ਇਹਨਾਂ ਨੇ ਉਸ ਵਕਤ ਰੇਲ ਦੇ ਡੱਬਿਆਂ ਦੇ ਵਿੱਚ ਜਿਵੇਂ ਬੋਰੀਆਂ ਭਰੀ ਦੀਆਂ, ਕਹਿੰਦੇ ਇਸੇ ਤਰ੍ਹਾਂ ਕਹਿੰਦੇ ਗੁਰਸਿੱਖ ਪਿਆਰਿਆਂ ਨੂੰ ਕਹਿੰਦੇ ਰੇਲ ਦੇ ਡੱਬਿਆਂ ਦੇ ਵਿੱਚ ਬੰਦ ਕਰਕੇ ਹਿੰਦੁਸਤਾਨ ਦਾ ਆਖਰੀ ਸਟੇਸ਼ਨ ਜੋ ਅਟਕ ਜੇਲ੍ਹ ਵਿੱਚ ਭੇਜਣ ਦਾ ਫੈਸਲਾ ਲਿਆ। ਅੱਜ ਕਹਿੰਦੇ ਨੇ ਜਦੋਂ ਗੁਰਸਿੱਖ ਪਿਆਰਿਆਂ ਨੇ ਆਪਣਾ ਸਦਕ ਕਾਇਮ ਰੱਖਿਆ, ਕਹਿੰਦੇ ਇਹਨਾਂ ਨੇ ਡੱਬਿਆਂ ਵਿੱਚ ਬੰਦ ਕਰ ਕਰਕੇ ਕਹਿੰਦੇ ਇੱਕ ਮਰਿਆ ਜਿਹਾ ਸਿਪਾਹੀ ਡਾਂਗ ਦੇ ਕੇ ਉੱਤੇ ਖੜਾ ਕਰਕੇ ਇਹਨਾਂ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦੀ ਆਖਰੀ ਜੇਲ੍ਹ, ਆਖਰੀ ਸਟੇਸ਼ਨ ਇਹਨਾਂ ਨੂੰ ਭੇਜ ਦਿੱਤਾ ਜਾਵੇ। ਇੱਧਰ ਕਹਿੰਦੇ ਜਦੋਂ ਕਹਿੰਦੇ ਹਾਹਾਕਾਰ ਮਚ ਗਈ, ਪੰਜਾ ਸਾਹਿਬ ਸਟੇਸ਼ਨ ਜਿੱਥੇ ਆਪਾਂ ਹਸਨ ਬਦਾਲ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਲੀ ਕੰਧਾਰੀ ਨੂੰ ਸਿੱਧੇ ਰਾਹੇ ਪਾਇਆ ਸੀ, ਜਿੱਥੇ ਅੱਜ ਕੱਲ੍ਹ ਆਪਾਂ ਪਾਕਿਸਤਾਨ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਪੰਜਾ ਸਾਹਿਬ। ਕਹਿੰਦੇ ਇਸ ਗੁਰੂ ਘਰ ਦਾ ਪ੍ਰਧਾਨ ਭਾਈ ਪ੍ਰਤਾਪ ਸਿੰਘ ਸੀ, ਜਿਸ ਨੇ ਕਹਿੰਦੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਕਿ ਸਾਨੂੰ ਪਤਾ ਲੱਗਿਆ ਕਿ ਗੁਰੂ ਕੇ ਪਿਆਰਿਆਂ ਨੂੰ ਰੇਲ ਦੇ ਡੱਬਿਆਂ ਦੇ ਵਿੱਚ ਬੰਦ ਕਰਕੇ ਹਿੰਦੁਸਤਾਨ ਦੀ ਆਖਰੀ ਜੇਲ੍ਹ, ਆਖਰੀ ਸਟੇਸ਼ਨ ਅਟਕ ਲੈ ਕੇ ਜਾਇਆ ਜਾ ਰਿਹਾ। ਆਓ ਨਿਗਾਹ ਮਾਰੀਏ, ਇੱਧਰ ਪ੍ਰਤਾਪ ਸਿੰਘ ਸਿੱਖ ਸੰਗਤਾਂ ਨੂੰ ਦੱਸ ਰਹੇ ਨੇ, ਦੂਸਰੇ ਬੰਨੇ ਕਹਿੰਦੇ ਗੁਰਸਿੱਖ ਪਿਆਰਿਆਂ ਨੂੰ ਵਿੱਚ ਬੰਦ ਕਰਕੇ ਇੱਧਰ ਤਿਆਰੀ ਹੋ ਰਹੀ ਹੈ ਕਿ ਅਟਕ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ। ਆਓ ਗੁਰਸਿੱਖ ਪਿਆਰੇ ਫੱਟੜ ਰੂਪ ਜ਼ਖਮੀ ਕਹਿੰਦੇ ਹਾਲਤ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਦੇ ਆ ਰਹੇ ਨੇ। ਇੱਧਰ ਗੋਰੇ ਦੇ ਸਿਪਾਹੀ ਡਾਂਗਾ ਮਾਰ ਕੇ ਉਹਨਾਂ ਨੂੰ ਕਹਿੰਦੇ ਸ਼ਹੀਦ ਕਰ ਰਹੇ ਨੇ। ਕਿਵੇਂ ਉਹ ਰੇਲ ਇੱਥੋਂ ਤੁਰੀ ਜਾ ਰਹੀ ਹੈ, ਕਿਵੇਂ ਗੁਰਸਿੱਖ ਪਿਆਰੇ ਉਸ ਪ੍ਰਮਾਤਮਾ ਦਾ ਭਜਨ ਬੰਦਗੀ ਕਰਦੇ ਜਾ ਰਹੇ ਨੇ। ਉਸ ਵਕਤ ਦਾ ਵਾਤਾਵਰਨ ਕਵੀ ਦੀ ਕਲਮ ਨੇ ਦਵਈਏ ਛੰਦ ਦੇ ਵਿੱਚ ਜਿਵੇਂ ਪੇਸ਼ ਕੀਤਾ, ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ। ਜਿੱਥੋਂ ਮੁੱਕਦੀ ਮਜਨੂ ਤੇ ਰਾਂਝਿਆਂ ਦੀ, ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਸੀਸ ਲੈ ਗਏ, ਹੈ ਪਰ ਅਸੀਂ ਨਾ ਕਿਹਾ ਜ਼ਬਾਨ ਸਾਡੀ। ਅਸੀਂ ਮੌਤ ਮਟਿਆਰ ਦੇ ਘਰੇ ਜਾ ਕੇ ਰਹੇ ਖੇਡਦੇ ਕੋਲ ਕਬੱਡੀਆਂ ਨੂੰ। ਅਸੀਂ ਉਹ ਹਾਜਨਾਂ ਨੇ ਹਿੱਕ ਡਾਕੇ ਰੋਕ ਛੱਡਿਆ ਚੱਲਦੀਆਂ ਗੱਡੀਆਂ ਨੂੰ, ਤੇ ਰੋਕ ਛੱਡਿਆ ਚੱਲਦੀਆਂ ਗੱਡੀਆਂ ਨੂੰ। ਫੱਟੜ ਕਰਕੇ ਸਿੰਘ ਸੂਰਮੇ ਭਰੇ ਰੇਲ ਦੇ ਡੱਬੇ ਲੈ ਕੇ ਡਾਂਗਾ ਖੜੇ ਸਿਪਾਹੀ, ਵੀਰੋ ਸੱਜੇ ਖੱਬੇ ਉੱਤੇ ਵੀਰੋ ਸੱਜੇ ਖੱਬੇ। ਚੜ੍ਹਪੇ ਇੰਜ ਤੂਫਾਨ ਜ਼ੁਲਮ ਦੇ ਆਣ ਸਵੇਰੇ ਕੱਲੇ, ਜ਼ਖਮੀ ਸਿੰਘਾਂ ਨੂੰ ਲੈ ਤੁਰ ਪਏ ਅੜਕ ਜੇਲ੍ਹ ਦੇ ਵੱਲੇ ਵੀਰੋ, ਅੜਕ ਜੇਲ੍ਹ ਦੇ ਵੱਲੇ। ਉਹ ਗਿੱਦੜਾਂ ਨੇ ਸ਼ੇਰਾਂ ਨੂੰ ਫੜ ਕੇ ਕੈਦ ਪਿੰਜਰੇ ਕੀਤਾ, ਸੀਨਾ ਉਚਰੀ ਮੁਖ ਦੇ ਵਿੱਚੋਂ ਉੱਡ ਗਏ
ਫੀਤਾ ਫੀਤਾ ਸੂਰੇ ਉੱਡ ਗਏ ਫੀਤਾ ਫੀਤਾ ਬਲ ਹੁੰਦਿਆਂ ਜ਼ੁਲਮ ਅੰਤ ਦੇ ਆਪਣੇ ਸਿਰ ਤੇ ਚੱਲੇ ਜ਼ਖਮੀ ਸਿੰਘਾਂ ਨੂੰ ਲੈ ਤੁਰ ਪਏ ਅੜਕ ਜਲਾਂ ਦੇ ਵੱਲੇ ਵੀਰੋ ਅੜਕ ਜਲਾਂ ਦੇ ਵੱਲੇ ਓ ਨਾ ਡੋਲੇ ਨਾ ਥੜਕੇ ਵੇਖੋ ਉਹ ਮਰਦਾਂ ਦੀ ਤਾਣੀ ਤੇਰਾ ਕੀਆ ਮਿੱਠਾ ਲਾਗੇ ਪੜਦੇ ਨੇ ਗੁਰਬਾਣੀ ਮੁਖੋਂ ਪੜਦੇ ਨੇ ਗੁਰਬਾਣੀ ਬਾਜਾਂ ਵਾਲਿਆ ਲਾਜਾਂ ਰੱਖੀ ਆਖਣ ਕੱਲੇ ਕੱਲੇ ਜ਼ਖਮੀ ਸਿੰਘਾਂ ਨੂੰ ਲੈ ਤੁਰ ਪਏ ਅੜਕ ਜਲਾਂ ਦੇ ਵੱਲੇ ਵੀਰੋ ਅੜਕ ਜਲਾਂ ਦੇ ਵੱਲੇ ਓ ਮਾਰੇ ਚੀਕਾਂ ਜਾਏ ਸ਼ੂਕਦਾ ਸੀਰੇ ਰਜਾਈ ਨਣ ਵਿੰਨੇ ਪੈ ਸਰੀਰ ਇੰਜ ਸੀ ਰੂਜੋ ਤੇਲੀ ਪਿੰਨਣ ਕਹਿੰਦੇ ਰੂਜੋ ਤੇਲੀ ਪਿੰਨਣ ਮੂੰਹ ਵਿੱਚ ਜੰਗ ਉਂਗਲਾਂ ਪਾਉਂਦਾ ਸਿਦਕੋਂ ਬੱਲੇ ਬੱਲੇ ਜ਼ਖਮੀ ਸਿੰਘਾਂ ਨੂੰ ਲੈ ਤੁਰ ਪਏ ਅੜਕ ਜਲਾਂ ਦੇ ਵੱਲੇ ਵੀਰੋ ਅੜਕ ਜਲਾਂ ਦੇ ਵੱਲੇ ਓ ਬੀਬੀ ਕੀਤੇ ਹੁਕਮ ਸਖਤ ਸੀ ਸਖਤੀ ਵਰਤੀ ਜਾਵੇ ਫੇਰ ਬਗਾਵਤ ਸਿਰ ਨਾ ਚੁੱਕੇ ਮੁਖੋਂ ਪਿਆ ਫਰਮਾਵੇ ਪਾਪੀ ਮੁਖੋਂ ਪਿਆ ਫਰਮਾਵੇ ਬੰਦੇ ਹੁਕਮ ਸਿਪਾਹੀਆਂ ਤਾਈ ਪਾਪੀ ਆਣ ਦਬੱਲੇ ਜ਼ਖਮੀ ਸਿੰਘਾਂ ਨੂੰ ਲੈ ਤੁਰ ਪਏ ਅੜਕ ਜੇਲ ਦੇ ਵੱਲੇ ਵੀਰੋ ਅੜਕ ਜੇਲ ਦੇ ਵੱਲੇ ਹੋ ਸੋ ਆਓ ਭਾਈ ਇਤਿਹਾਸ ਦਿਲ ਮੇਰਾ ਆਪਣੇ ਕੋਲ ਭਾਈ ਭੁਪਿੰਦਰ ਸਿੰਘ ਜੀ ਪਾਰਸ ਮਣੀ ਆਪਣਾ ਕੀਰਤਨੀ ਜਥਾ ਲੈ ਕੇ ਪਹੁੰਚ ਚੁੱਕੇ ਨੇ ਉਹਨਾਂ ਦੇ ਕੋਲੋਂ ਗੁਰਬਾਣੀ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ ਦਾਸਾਂ ਨਾਲ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।